ਹੈਲੋ ਬੇਟਾ, ਕੰਪਿਊਟਰ ਸਾਇੰਸ ਦੇ ਅੱਜ ਆਪਾਂ ਚੈਪਟਰ ਜਿਹੜਾ ਦੂਸਰਾ ਵਾ ਉਹਦੇ ਕੁਐਸਚਨ ਆਨਸਰ ਕਰਨ ਜਾ ਰਹੇ ਹਾਂ। ਦੂਸਰਾ ਜਿਹੜਾ ਚੈਪਟਰ ਉਹ ਹੈਗਾ ਬੇਸਿਕ ਸੀ ਪ੍ਰੋਗਰਾਮਿੰਗ ਦੀ ਭੂਮਿਕਾ। ਠੀਕ ਹੈ ਕਿ ਸੀ ਭਾਸ਼ਾ ਜਿਹੜੀ ਆ ਉਹਦਾ ਕੀ ਰੋਲ ਹੁੰਦਾ, ਉਹਦੀ ਕੀ ਭੂਮਿਕਾ ਵਾ, ਆਪਾਂ ਕਿਉਂ ਯੂਜ਼ ਕਰਦੇ ਹਾਂ। ਇਹ ਚੈਪਟਰ ਆਪਾਂ ਪਹਿਲਾਂ ਵੀ ਕੀਤਾ ਹੋਇਆ। ਆਪਾਂ ਜਿਹੜੇ ਅੱਜ ਕੁਐਸਚਨ ਆਨਸਰਸ ਕਰਨ ਜਾ ਰਹੇ ਹਾਂ, ਦੋ ਅੰਕਾਂ ਵਾਲੇ ਤੁਹਾਨੂੰ ਜਿਹੜੇ ਕੁਐਸਚਨ ਆਉਣਗੇ, ਦੇਖੋ ਉਹਦੇ ਵਿੱਚ ਕੀ ਹੁੰਦਾ। ਜਿਸ ਤਰ੍ਹਾਂ ਆਉਂਦੇ ਆ ਇੱਕ ਲਾਈਨ ਦਾ ਆਨਸਰ ਦੇਣਾ ਹੁੰਦਾ। ਸੀ ਭਾਸ਼ਾ ਪ੍ਰੋਗਰਾਮ ਵਿੱਚ ਹਦਾਇਤ ਦਾ ਅੰਤ ਕਰਨ ਲਈ ਕਿਹੜਾ ਚਿੰਨ੍ਹ ਵਰਤਿਆ ਜਾਂਦਾ। ਉਹ ਕਹਿੰਦਾ ਸੀ ਦੇ ਵਿੱਚ ਆਪਾਂ ਪ੍ਰੋਗਰਾਮ ਲਿਖਦੇ ਹਾਂ, ਜਦੋਂ ਵੀ ਆਪਾਂ ਕੋਈ ਸਟੇਟਮੈਂਟ ਦਾ ਐਂਡ ਲਿਖਣਾ ਹੁੰਦਾ ਵਾ ਤਾਂ ਕਿਹੜਾ ਚਿੰਨ੍ਹ ਵਰਤਿਆ ਜਾਂਦਾ, ਸੈਮੀਕੋਲਨ। ਠੀਕ ਹੈ ਬੇਟਾ। ਸੀ ਪ੍ਰੋਗਰਾਮ ਵਿੱਚ ਕਿੰਨੇ ਮੇਨ ਫੰਕਸ਼ਨ ਵਰਤੇ ਜਾਂਦੇ ਆ। ਆਪਾਂ ਪ੍ਰੋਗਰਾਮ ਲਿਖਿਆ ਹਮੇਸ਼ਾ ਇੱਕ ਮੇਨ ਫੰਕਸ਼ਨ ਵਰਤਿਆ ਜਾਂਦਾ ਵਾ, ਜਿਹਦਾ ਆਨਸਰ ਆ ਇੱਕ ਫੰਕਸ਼ਨ ਦੀ ਬਾਡੀ ਨੂੰ ਸ਼ਾਮਲ ਕਰਨ ਲਈ ਕਿਸ ਚਿੰਨ੍ਹ ਦਾ ਇਸਤੇਮਾਲ ਹੁੰਦਾ। ਉਹ ਕਹਿੰਦਾ ਜਦੋਂ ਆਪਾਂ ਮੇਨ ਫੰਕਸ਼ਨ ਲਿਖਿਆ ਉਹਦੇ ਨੀਚੇ ਉਹਦੀ ਬਾਡੀ ਹੁੰਦੀ ਹੈ, ਜਿਸ ਸਟੇਟਮੈਂਟਸ ਲਿਖਦੇ ਹਾਂ ਤਾਂ ਉਹ ਕਾਹਦੇ ਵਿੱਚ ਲਿਖੀਆਂ ਜਾਂਦੀਆਂ, ਕਰਲੀ ਬ੍ਰੈਕਟਸ ਦੇ ਵਿੱਚ। ਗਣਿਤ ਲਾਇਬ੍ਰੇਰੀ ਦੀ ਸਥਾਪਨਾ ਕਿਸ ਫਾਈਲ ਦੁਆਰਾ ਕੀਤੀ ਜਾਂਦੀ ਆ। ਉਹ ਕਹਿੰਦਾ ਜਿੰਨੇ ਵੀ ਲਾਇਬ੍ਰੇਰੀਜ਼ ਹੁੰਦੀਆਂ ਉਹ ਕਿਸੇ ਹੈਡਰ ਫਾਈਲ ਵਿੱਚ ਸਟੋਰ ਹੁੰਦੀਆਂ। ਜਿਵੇਂ ਜੇ ਇਨਪੁਟ ਆਊਟਪੁੱਟ ਫੰਕਸ਼ਨ ਆ ਉਹਦੀ ਹੈਡਰ ਫਾਈਲ stdio.h ਹੁੰਦੀ ਆ। ਮੈਥ ਦੀ ਲਾਇਬ੍ਰੇਰੀ ਜਿਹੜੀ ਹੁੰਦੀ ਆ ਉਹ math.h ਹੁੰਦੀ ਆ। ਜਿੰਨੇ ਵੀ ਮੈਥ ਦੇ ਫੰਕਸ਼ਨਸ ਦੀਆਂ ਫਾਈਲਸ ਆ ਉਹ ਸਾਰੀਆਂ ਇਸ ਹੈਡਰ ਫਾਈਲ ਵਿੱਚ ਸਟੋਰ ਹੁੰਦੀਆਂ। ਪ੍ਰਿੰਟਐਫ ਵੇਰੀਏਬਲ ਚਿੰਨ੍ਹ ਇੱਕ ਸਾਈਨਡ ਦਸ਼ਮਲਵ ਪੂਰਨ ਅੰਕ ਵਜੋਂ ਡਾਟਾ ਆਈਟਮ ਪ੍ਰਦਰਸ਼ਨ ਕਰਨ ਲਈ ਵਰਤਿਆ ਜਾਂਦਾ। ਬਿਲਕੁਲ ਸਹੀ। ਪ੍ਰਿੰਟਐਫ ਨਾਲ ਆਪਾਂ ਇੰਟੀਜਰ ਵੀ ਪ੍ਰਿੰਟ ਕਰ ਸਕਦੇ ਹਾਂ %d ਨਾਲ। ਠੀਕ ਹੈ। ਜੇ ਫਲੋਟ ਪ੍ਰਿੰਟ ਕਰਨਾ %f ਨਾਲ, ਅਤੇ ਜੇ ਕਰੈਕਟਰ ਪ੍ਰਿੰਟ ਕਰਨਾ %c ਨਾਲ ਆਪਾਂ ਪ੍ਰਿੰਟ ਕਰ ਸਕਦੇ ਹਾਂ। ਖਾਲੀ ਚਿੰਨ੍ਹ ਦੀ ਪ੍ਰਤੀਨਿਧਤਾ ਕਿਸ ਚਿੰਨ੍ਹ ਦੁਆਰਾ ਕੀਤੀ ਜਾਂਦੀ ਹੈ। ਖਾਲੀ ਚਿੰਨ੍ਹ ਨੂੰ ਆਪਾਂ ਲਿਖਦੇ ਹਾਂ /0 ਨਾਲ, ਮਤਲਬ ਕਿ ਕੁਛ ਵੀ ਨਹੀਂ ਹੈਗਾ। ਸੀ ਭਾਸ਼ਾ ਕਿਸ ਲੈਵਲ ਦੀ ਭਾਸ਼ਾ ਹੈ, ਮਿਡਲ ਲੈਵਲ ਦੀ ਭਾਸ਼ਾ ਵਾ। ਠੀਕ। ਸੀ ਭਾਸ਼ਾ ਦੀ ਹਰ ਇੱਕ ਸਟੇਟਮੈਂਟ ਕਿਸ ਦੇ ਨਾਲ ਖਤਮ ਹੁੰਦੀ ਹੈ, ਸੈਮੀਕੋਲਨ ਨਾਲ। ਜ਼ੀਰੋ ਦੇ ਮੁੱਲ ਨਾਲ ਕਿਹੜਾ ਚਿੰਨ੍ਹ ਹੁੰਦਾ, ਹੁਣੇ ਆਪਾਂ ਕਰਕੇ ਹਟੇ ਹਾਂ ਖਾਲੀ ਚਿੰਨ੍ਹ /0। ਸੀ ਭਾਸ਼ਾ ਵਿੱਚ /t ਕਿਸ ਚਿੰਨ੍ਹ ਲਈ ਯੂਜ਼ ਹੁੰਦਾ, ਟੈਬ ਲਈ। ਇੱਕ ਟੈਬ ਜਿਹੜੀ ਉਹ 8 ਖਾਲੀ ਥਾਵਾਂ ਦੇ ਬਰਾਬਰ ਹੁੰਦੀ ਹੈ। ਜਿਵੇਂ ਇੱਕ ਸਪੇਸ ਆ ਤਾਂ ਇੱਕ ਟੈਬ ਜਿਹੜੀ ਉਹ 8 ਸਪੇਸਾਂ ਦੇ ਬਰਾਬਰ ਹੁੰਦੀ ਹੈ। ਕੰਪਾਈਲੇਸ਼ਨ ਸਮੇਂ ਦੇ ਨਿਰਦੇਸ਼ਨ ਦੀ ਉਦਾਹਰਨ ਦਿਓ। #define। ਉਹ ਕਹਿੰਦਾ ਜੋ ਵੀ ਆਪਾਂ ਡਿਫਾਈਨ ਕਰਦੇ ਹਾਂ ਇੱਥੇ #define ਜਿਹੜਾ ਵਾ ਪ੍ਰੀ ਪ੍ਰੋਸੈਸਰ ਟੈਗ ਹੈ। ਜਦੋਂ ਵੀ ਆਪਾਂ ਕੰਪਾਈਲ ਕਰਦੇ ਇੱਥੇ ਆਪਾਂ ਜੋ ਵੀ ਵੈਲਿਊ ਦੇਵਾਂਗੇ ਉਹ ਸਭ ਤੋਂ ਪਹਿਲਾਂ ਕੰਪਾਈਲ ਹੁੰਦੀ ਹੈ। 4 ਅੰਕ ਵਾਲੇ ਤੁਹਾਨੂੰ ਜਿਹੜੇ ਪ੍ਰਸ਼ਨ ਉੱਤਰ ਆ ਸਕਦੇ ਹੋ ਇਸ ਤਰ੍ਹਾਂ ਦੇ ਆ ਸੈਕਿੰਡ ਚੈਪਟਰ 'ਚੋਂ। ਸੀ ਭਾਸ਼ਾ ਦੀਆਂ ਕੀ ਲਿਮੀਟੇਸ਼ਨਸ ਹਨ। ਉਹ ਕਹਿੰਦਾ ਸੀ ਭਾਸ਼ਾ ਦੀ ਕੀ ਲਿਮੀਟੇਸ਼ਨ ਹੈ। ਪਹਿਲੀ ਗੱਲ, ਕੇਸ ਸੈਂਸਿਟਿਵ ਹੈ। ਕੇਸ ਸੈਂਸਿਟਿਵ ਹੁੰਦਾ ਵੀ ਇਹ ਉੱਪਰ ਕੇਸ ਅਤੇ ਲੋਅਰ ਕੇਸ ਨੂੰ ਅਲੱਗ-ਅਲੱਗ ਲੈਂਦੀ ਹੈ। ਜਿਵੇਂ ਕੈਪੀਟਲ ਏ ਦਾ ਮੀਨਿੰਗ ਕੁਛ ਹੋਰ ਹੈ ਅਤੇ ਸਮੋਲ ਏ ਦਾ ਮੀਨਿੰਗ ਕੁਛ ਹੋਰ ਹੈ, ਮਤਲਬ ਇਹ ਕੇਸ ਸੈਂਸਿਟਿਵ ਹੈ। ਸੀ ਭਾਸ਼ਾ ਦਾ ਡਾਟਾ ਉੱਪਰ ਕੋਈ ਕੰਟਰੋਲ ਨਹੀਂ ਹੈ। ਉਹ ਕਹਿੰਦਾ ਡਾਟਾ ਫਰੀ ਫਲੋ ਹੈ, ਜਿੱਥੋਂ ਮਰਜ਼ੀ ਆਪਾਂ ਗਲੋਬਲੀ ਵੀ ਲੈ ਸਕਦੇ ਹਾਂ, ਲੋਕਲ ਵੀ ਲੈ ਸਕਦੇ ਹਾਂ। ਡਾਟਾ ਦੇ ਉੱਪਰ ਕੋਈ ਕੰਟਰੋਲ ਨਹੀਂ ਹੁੰਦਾ। ਥੋੜ੍ਹੀ ਜਿਹੀ ਔਖੀ ਹੈ ਸਿੱਖਣ ਦੇ ਵਿੱਚ, ਅਤੇ ਓਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਇਹਦੇ ਵਿੱਚ ਨਹੀਂ ਹੁੰਦੀ, ਤਾਂ ਹੀ ਆਪਾਂ C++ ਯੂਜ਼ ਕਰਨੀ ਸ਼ੁਰੂ ਕੀਤੀ। ਦੂਸਰਾ ਕੁਐਸਚਨ ਆ, ਸੀ ਭਾਸ਼ਾ ਦੇ ਪ੍ਰੋਗਰਾਮ ਐਪਲੀਕੇਸ਼ਨ ਏਰੀਆ ਵੀ ਕਿੱਥੇ ਕਿੱਥੇ ਸੀ ਭਾਸ਼ਾ ਵਰਤੀ ਜਾਂਦੀ ਹੈ। ਐਪਲੀਕੇਸ਼ਨ ਪ੍ਰੋਗਰਾਮ ਬਣਾਉਣ ਲਈ। ਠੀਕ ਹੈ। ਜਿਹੜੇ ਸੋਫਟਵੇਅਰਸ ਆਪਾਂ ਬਣਾਉਂਦੇ ਹਾਂ ਉੱਥੇ ਸੀ ਭਾਸ਼ਾ ਵਿੱਚ ਬਣਾਏ ਜਾ ਸਕਦੇ ਆ। ਬਿਜ਼ਨਸ ਖੇਤਰ ਵਿੱਚ ਯੂਜ਼ ਹੋ ਸਕਦੀ ਹੈ। ਸਿਸਟਮ ਸੋਫਟਵੇਅਰ ਆਪਾਂ ਸੀ ਭਾਸ਼ਾ ਵਿੱਚ ਬਣਾ ਸਕਦੇ ਹਾਂ। ਗ੍ਰਾਫਿਕਸ ਐਪਲੀਕੇਸ਼ਨ ਜਿਵੇਂ ਗੇਮਸ ਬਣਦੀਆਂ ਉਹ ਸੀ ਲੈਂਗੁਏਜ 'ਚ ਬਣਾ ਸਕਦੇ ਹਾਂ। ਹਾਰਡਵੇਅਰ ਡਰਾਈਵਰ ਸੋਫਟਵੇਅਰ ਬਣਾਉਣੇ ਆ, ਹਰ ਜਗ੍ਹਾ ਆਪਾਂ ਸੀ ਲੈਂਗੁਏਜ ਯੂਜ਼ ਕਰ ਸਕਦੇ ਹਾਂ, ਚਾਹੇ ਹਾਰਡਵੇਅਰ ਐਪਲੀਕੇਸ਼ਨਸ ਆ ਚਾਹੇ ਸੋਫਟਵੇਅਰ ਐਪਲੀਕੇਸ਼ਨਸ ਹੈ। ਜਿਹੜੇ ਵੀ ਸੋਫਟਵੇਅਰ ਤੁਸੀਂ ਡਿਵੈਲਪ ਕਰਨੇ ਤੁਸੀਂ ਸੀ ਵਿੱਚ ਡਿਵੈਲਪ ਕਰ ਸਕਦੇ ਹੋ। ਅਗਲਾ ਕੁਐਸਚਨ ਹੈ, ਪ੍ਰੀ ਪ੍ਰੋਸੈਸਰ ਡਾਇਰੈਕਟਿਵਸ ਕੀ ਹੁੰਦੇ ਆ। ਉਹ ਕਹਿੰਦਾ ਪ੍ਰੀ ਪ੍ਰੋਸੈਸਰ ਡਾਇਰੈਕਟਿਵਸ ਕੀ ਹੈ ਵੀ ਸੀ ਭਾਸ਼ਾ ਵਿੱਚ ਪ੍ਰੋਗਰਾਮ ਨੂੰ ਕੰਪਾਈਲ ਕਰਦੇ ਸਮੇਂ ਕੁਛ ਪ੍ਰਕਿਰਿਆਵਾਂ ਕੀਤੀਆਂ ਜਾਂਦੀਆਂ ਵਾ। ਉਹ ਕਹਿੰਦਾ ਕੁਛ ਆਪਾਂ ਕਹਿੰਦੇ ਜਦੋਂ ਪ੍ਰੋਗਰਾਮ ਕੰਪਾਈਲ ਕਰੀਏ ਤਾਂ ਜਿਹੜੀਆਂ ਚੀਜ਼ਾਂ ਪ੍ਰੀ ਪ੍ਰੋਸੈਸਰ ਕਿ ਪਹਿਲਾਂ ਹੀ ਪ੍ਰੋਸੈਸ ਹੋ ਜਾਣ, ਪ੍ਰੋਗਰਾਮ ਨੂੰ ਕੰਪਾਈਲ ਕਰਦੇ ਟਾਈਮ, ਰਨ ਕਰਨ ਦੇ ਟਾਈਮ ਤੋਂ ਪਹਿਲਾਂ ਉਹ ਕੰਪਾਈਲ ਹੋ ਕੇ ਰੱਖਣ। ਤਾਂ ਜਦੋਂ ਪ੍ਰੋਗਰਾਮ ਕੰਪਾਈਲ ਕਰਦੇ ਆ ਉਸ ਟਾਈਮ 'ਤੇ ਜਿਹੜੀਆਂ ਸਟੇਟਮੈਂਟਸ ਕੰਪਾਈਲ ਹੁੰਦੀਆਂ ਉਹਨਾਂ ਨੂੰ ਪ੍ਰੀ ਪ੍ਰੋਸੈਸਿੰਗ ਸਟੇਟਮੈਂਟਸ ਕਹਿੰਦੇ ਆ। ਜਿਵੇਂ #define #include, ਤਾਂ ਇਹ ਸਭ ਤੋਂ ਪਹਿਲਾਂ ਕੰਪਾਈਲ ਹੁੰਦੀਆਂ। ਗਲੋਬਲ ਡੈਕਲੇਰੇਸ਼ਨ ਕੀ ਹੁੰਦੀ ਹੈ। ਉਹ ਕਹਿੰਦਾ ਉਹ ਵੇਰੀਏਬਲ ਜਿਹੜੇ ਮੇਨ ਫੰਕਸ਼ਨ ਤੋਂ ਬਾਹਰ ਡਿਕਲੇਅਰ ਹੁੰਦੇ ਆ, ਜਾਂ ਫੰਕਸ਼ਨ ਅਤੇ ਵੇਰੀਏਬਲ ਜਿਹੜੇ ਮੇਨ ਫੰਕਸ਼ਨ ਤੋਂ ਬਾਹਰ ਹੁੰਦੇ ਆ ਉਹਨਾਂ ਨੂੰ ਗਲੋਬਲ ਡਿਕਲੇਰੇਸ਼ਨ ਕਿਹਾ ਜਾਂਦਾ। ਗਲੋਬਲ ਡੈਕਲੇਰੇਸ਼ਨ ਦਾ ਮਤਲਬ ਹੁੰਦਾ ਕਿ ਜਿਹੜਾ ਵੇਰੀਏਬਲ ਗਲੋਬਲ ਡਿਕਲੇਅਰ ਕਰਤਾ ਉਹਨੂੰ ਤੁਸੀਂ ਪੂਰੇ ਪ੍ਰੋਗਰਾਮ ਵਿੱਚ ਵਰਤ ਸਕਦੇ ਹੋ। ਸੀ ਪ੍ਰੋਗਰਾਮ ਦੀ ਆਮ ਰਚਨਾ ਲਿਖੋ ਜਾਂ ਜਰਨਲ ਸਟਰਕਚਰ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਪ੍ਰੀ ਪ੍ਰੋਸੈਸਰ ਡਾਇਰੈਕਟਿਵਸ ਆਉਂਦੇ ਆ, ਜਿਵੇਂ #include stdio.h ਜਾਂ #define। ਫਿਰ ਗਲੋਬਲ ਵੇਰੀਏਬਲ ਡਿਕਲੇਅਰ ਕਰਦੇ ਆ, ਜਿਵੇਂ ਆਪਾਂ ਕਹਿੰਦੇ #define x10, ਤਾਂ x ਇੱਕ ਵੇਰੀਏਬਲ ਆ 10 ਜਿਹਦੀ ਵੈਲਿਊ ਗਲੋਬਲ ਆ, ਪੂਰੇ ਪ੍ਰੋਗਰਾਮ 'ਚ ਰਹੂਗੀ। ਫਿਰ ਵੋਇਡ ਮੇਨ ਫੰਕਸ਼ਨ ਆਉਂਦਾ ਹੈ। ਫਿਰ ਮੇਨ ਫੰਕਸ਼ਨ ਦੇ ਵਿੱਚ ਜਿਹੜੀਆਂ ਸਟੇਟਮੈਂਟਸ ਹੁੰਦੀਆਂ ਉਹ ਕਰਲੀ ਬ੍ਰੈਕਟਸ ਵਿੱਚ ਲਿਖਦੇ ਆ। ਉਸ ਤੋਂ ਬਾਅਦ ਯੂਜ਼ਰ ਡਿਫਾਈਨਡ ਫੰਕਸ਼ਨ ਹੋ ਸਕਦੇ ਜੇ ਤੁਸੀਂ ਕੋਈ ਖੁਦ ਦੇ ਬਣਾਉਣੇ ਆ, ਅਦਰਵਾਈਜ਼ ਮੇਨ ਫੰਕਸ਼ਨ ਜਿਹੜਾ ਵਾ ਉਹ ਓਕੇ ਹੁੰਦਾ। ਠੀਕ ਹੈ।
ਇਸ ਤੋਂ ਬਾਅਦ ਉਹ ਕਹਿੰਦਾ ਸੀ ਪ੍ਰੋਗਰਾਮ ਦੇ ਫੰਡਾਮੈਂਟਲ ਸਟੈਪਸ ਕਿਹੜੇ ਹੁੰਦੇ ਆ। ਅਗਰ ਤੁਸੀਂ ਸੀ ਪ੍ਰੋਗਰਾਮ ਯੂਜ਼ ਕਰਨਾ ਵਾ ਤਾਂ ਫੰਡਾਮੈਂਟਲ ਸਟੈਪਸ ਹੁੰਦੇ ਆ ਪ੍ਰੋਗਰਾਮ ਦੀ। ਪਹਿਲਾਂ ਫਾਈਲ ਬਣਾਵਾਂਗੇ, ਲਿਖਾਂਗੇ ਪ੍ਰੋਗਰਾਮ, ਫਿਰ ਉਹਨੂੰ ਸੇਵ ਕਰਾਂਗੇ, ਕੰਪਾਈਲ ਕਰਾਂਗੇ ਪ੍ਰੋਗਰਾਮ, ਫਿਰ ਉਹ ਲਾਇਬ੍ਰੇਰੀ ਫੰਕਸ਼ਨਸ ਨਾਲ ਲਿੰਕ ਹੋਊਗਾ। ਜਦੋਂ ਕੰਪਾਈਲ ਕਰਾਂਗੇ ਅਗਰ ਕੋਈ ਗਲਤੀ ਨਹੀਂ ਹੈ ਤਾਂ ਉਹਨੂੰ ਰਨ ਕਰਾਂਗੇ ਔਰ ਰਨ ਹੋ ਕੇ ਆਊਟਪੁੱਟ ਆ ਜਾਏਗੀ। ਠੀਕ ਹੈ। ਅਗਲਾ ਕੁਐਸਚਨ ਹੈ ਕੰਪਾਈਲੇਸ਼ਨ ਅਤੇ ਲਿੰਕਿੰਗ ਦੀਆਂ ਕਿਹੜੀਆਂ ਸਟੇਜਿਸ ਹੁੰਦੀਆਂ ਵਾ। ਜਦੋਂ ਆਪਾਂ ਪ੍ਰੋਗਰਾਮ ਨੂੰ ਕੰਪਾਈਲ ਕਰਦੇ ਹਾਂ ਸੋਰਸ ਪ੍ਰੋਗਰਾਮ ਨੂੰ ਤਾਂ ਪਹਿਲਾਂ ਪ੍ਰੀ ਪ੍ਰੋਸੈਸਿੰਗ ਹੁੰਦੀ ਹੈ ਡਾਇਰੈਕਟਿਵਸ ਦੀ, ਹੈਸ਼ ਇਨਕਲੂਡ, ਹੈਸ਼ ਡਿਫਾਈਨ, ਐਗਜ਼ੀਕਿਊਟ ਹੁੰਦੇ ਹੈ। ਫਿਰ ਕੰਪਾਈਲ ਹੁੰਦਾ, ਜੇ ਕੋਈ ਗਲਤੀ ਹੈ ਤਾਂ ਕੰਪਾਈਲਰ ਚੈੱਕ ਕਰ ਲੈਂਦਾ। ਫਿਰ ਹੈਡਰ ਫਾਈਲ ਲਾਇਬ੍ਰੇਰੀਜ਼ ਲਿੰਕ ਹੁੰਦੀਆਂ ਵਾ, ਲਿੰਕਰ ਲਿੰਕ ਕਰਦਾ ਅਤੇ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਰਨ ਕਰਦੇ ਹਾਂ। ਪ੍ਰਿੰਟ-ਐਫ ਅਤੇ ਸਕੈਨ-ਐਫ ਦੇ ਵਿੱਚ ਕੀ ਫ਼ਰਕ ਹੁੰਦਾ ਹੈ। ਉਹ ਕਹਿੰਦਾ ਪ੍ਰਿੰਟ-ਐਫ ਇੱਕ ਆਊਟਪੁੱਟ ਫੰਕਸ਼ਨ ਹੈ ਅਤੇ ਸਕੈਨ-ਐਫ ਇੱਕ ਇਨਪੁੱਟ ਫੰਕਸ਼ਨ ਹੈ। ਠੀਕ। ਪ੍ਰਿੰਟ-ਐਫ ਫੋਰਮੈਟਡ ਆਊਟਪੁੱਟ ਫੰਕਸ਼ਨ ਹੈ, ਸਕੈਨ-ਐਫ ਇਨਪੁੱਟ ਫੰਕਸ਼ਨ ਹੈ। ਪ੍ਰਿੰਟ-ਐਫ ਦੀ ਵਰਤੋਂ ਜਿਹੜੀ ਹੈ ਮੋਨੀਟਰ ਸਕਰੀਨ 'ਤੇ ਕੁਛ ਵੀ ਡਿਸਪਲੇ ਕਰਨ ਲਈ ਜਾਂ ਪ੍ਰਿੰਟ ਕਰਨ ਲਈ ਕੀਤੀ ਜਾਂਦੀ ਹੈ। ਸਕੈਨ-ਐਫ ਦੀ ਵਰਤੋਂ ਯੂਜ਼ਰ ਤੋਂ ਡਾਟਾ ਇਨਪੁੱਟ ਕਰਾਉਣ ਲਈ ਕੀਤੀ ਜਾਂਦੀ ਹੈ। ਪ੍ਰਿੰਟ-ਐਫ ਫੰਕਸ਼ਨ ਸਟੈਂਡਰਡ ਆਊਟਪੁੱਟ ਫੰਕਸ਼ਨ ਹੈ, ਮੋਨੀਟਰ 'ਤੇ ਆਊਟਪੁੱਟ ਡਿਸਪਲੇ ਕਰਦਾ ਹੈ। ਸਕੈਨ-ਐਫ ਫੰਕਸ਼ਨ ਕੀਬੋਰਡ ਤੋਂ ਡਾਟਾ ਪ੍ਰਾਪਤ ਕਰਦਾ ਹੈ। ਠੀਕ। ਪ੍ਰਿੰਟ-ਐਫ ਜਿਵੇਂ ਵਰਤਿਆ ਜਾਂਦਾ %D A, ਇੱਥੇ ਐਮਪਰਸੈਂਟ ਨਹੀਂ ਪੈਣਾ ਬੇਟਾ, ਡਾਟਾ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ। ਪ੍ਰਿੰਟਿੰਗ ਟਾਈਮ 'ਤੇ ਐਮਪਰਸੈਂਟ ਨਹੀਂ ਪੈਂਦਾ। ਸਕੈਨ-ਐਫ ਦੇ ਵਿੱਚ %A ਪੈਂਦਾ ਵਾ, ਇੱਥੋਂ ਇਹ ਕਟਿੰਗ ਕਰ ਦੇਣੀ ਹੈ ਐਮਪਰਸੈਂਟ ਦੀ। ਪ੍ਰਿੰਟ-ਐਫ ਅਤੇ ਸਕੈਨ-ਐਫ ਨੂੰ ਇਨਪੁੱਟ ਆਊਟਪੁੱਟ ਫੰਕਸ਼ਨ ਕਿਉਂ ਕਿਹਾ ਜਾਂਦਾ। ਉਹ ਕਹਿੰਦਾ ਪ੍ਰਿੰਟ-ਐਫ ਆਊਟਪੁੱਟ ਡਿਸਪਲੇ ਕਰਦਾ ਸਕਰੀਨ 'ਤੇ ਅਤੇ ਸਕੈਨ-ਐਫ ਡਾਟਾ ਇਨਪੁੱਟ ਕਰਦਾ ਕੀਬੋਰਡ ਦੀ ਹੈਲਪ ਨਾਲ। ਠੀਕ ਹੈ। ਯੂਜ਼ਰ ਦੇ ਦੋਨੋਂ ਸਟੈਂਡਰਡ ਫੰਕਸ਼ਨ ਹੈ ਜਿਹੜਾ ਯੂਜ਼ਰ ਯੂਜ਼ ਕਰਦਾ ਔਰ ਇਹਨਾਂ ਦੀ ਵਰਤੋਂ ਲਈ ਕਿਹੜੀ ਹੈਡਰ ਫਾਈਲ